ਨਮਸਕਾਰ ਦੋਸਤੋ, ਅੱਜ ਅਸੀਂ ਤੁਹਾਨੂੰ ਰੂਬਰੂ ਕਰਾਵਾਂਗੇ ਇੱਕ ਐਸੀ ਸ਼ਖਸੀਅਤ ਨਾਲ ਜਿਹੜੇ ਕਿ ਜੁਡੀਸ਼ੀਅਲ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਅਤੇ ਅੱਜ ਉਹ ਇੱਕ ਪੈਨਸ਼ਨ ਭੋਗੀ ਦੀ ਜਿਹੜੀ ਜ਼ਿੰਦਗੀ ਜੀ ਰਹੇ। ਪਰ ਕਿਉਂਕਿ ਉਹ NPS ਕਰਮਚਾਰੀ ਸੀ, ਇਸ ਲਈ ਉਹਨਾਂ ਨੂੰ ਇੱਕ ਨਿਗੂਣੀ ਜਿਹੀ ਪੈਨਸ਼ਨ ਮਿਲ ਰਹੀ। ਅਸੀਂ ਗੱਲ ਕਰ ਰਹੇ ਜੀ ਸ਼ਿਵ ਕੁਮਾਰ ਜੀ ਦੀ, ਜਿਹੜੇ ਕਿ ਜੁਡੀਸ਼ੀਅਲ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਐਜ਼ ਏ ਕਲਰਕ ਗ੍ਰੇਡ C ਪੋਸਟ 'ਤੇ ਕੰਮ ਕਰਦੇ ਸੀ। ਅਤੇ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ NPS ਦੇ ਤਹਿਤ ਕਿੰਨੀ ਪੈਨਸ਼ਨ ਮਿਲ ਰਹੀ ਅਤੇ ਉਹਨਾਂ ਦਾ ਜੀਵਨ ਦਾ ਗੁਜ਼ਾਰਾ ਜਿਹੜਾ ਹੈ ਉਹ ਕਿਸ ਤਰ੍ਹਾਂ ਹੋ ਰਿਹਾ। ਕਿ ਜਿਹੜੀ NPS ਦੇ ਤਹਿਤ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਉਹਦੇ ਨਾਲ ਉਹਨਾਂ ਦੇ ਜੀਵਨ ਦਾ ਗੁਜ਼ਾਰਾ ਹੋ ਸਕਦਾ ਹੈ, ਚੱਲ ਰਿਹਾ ਹੈ, ਅਤੇ ਹੋਰ ਕੀ ਕਰਮਚਾਰੀਆਂ ਨੂੰ ਅਪੀਲ ਕਰ ਸਕਦੇ ਹਨ। ਇਸ ਸੰਬੰਧੀ ਅਸੀਂ ਡਾਇਰੈਕਟ ਤੁਹਾਨੂੰ ਗੱਲਬਾਤ ਕਰਾਵਾਂਗੇ ਸ਼ਿਵ ਕੁਮਾਰ ਜੀ ਨਾਲ। ਹਾਂਜੀ ਸਰ। ਸਭ ਤੋਂ ਪਹਿਲੇ ਮੈਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਆ ਕੇ ਮੇਰੀ ਇੰਟਰਵਿਊ ਲਈ ਹੈ। ਅਤੇ ਮੈਂ ਤੁਹਾਨੂੰ ਇਸ ਸੰਬੰਧ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਮੈਂ ਸ਼ਿਵ ਕੁਮਾਰ ਜੁਡੀਸ਼ੀਅਲ ਡਿਪਾਰਟਮੈਂਟ ਤੋਂ 10.25 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋਇਆ। ਮੈਂ 2016 ਅਪ੍ਰੈਲ 2016 ਦੇ ਵਿੱਚ ਰਿਟਾਇਰ ਹੋਇਆ ਸੀ। ਅਤੇ ਪਰ ਮੈਨੂੰ 3 ਸਾਲ ਪੇਮੈਂਟ ਜਿਹੜੀ ਹੈਗੀ ਹੈ ਉਹ ਗੌਰਮੈਂਟ ਨੇ ਡਿਲੇ ਕੀਤੀ ਹੈ, ਜਿਹਦੇ ਕਰਕੇ ਕਿ ਮੇਰੀ ਅਜੇ 3 ਸਾਲ ਦੀ ਜਿਹੜੀ ਇੰਟਰਸਟ ਉਹ ਵੀ ਮੇਰਾ ਅਜੇ ਮੈਨੂੰ ਪੇਮੈਂਟ ਨਹੀਂ ਹੋਇਆ। ਅਤੇ ਮੈਨੂੰ ਜੇ ਮੈਂ 2016 ਦੇ ਵਿੱਚ ਮੈਨੂੰ ਇਹ ਪੇਮੈਂਟ NPS ਦੀ ਦਿੱਤੀ ਜਾਂਦੀ ਤਾਂ ਇਹ ਟੋਟਲ 1690 ਰੁਪਏ ਦੇ ਤਕਰੀਬਨ ਬਣਦੀ ਸੀ। ਪਰ 3 ਸਾਲ ਲੇਟ ਹੋਣ ਦੇ ਕਾਰਨ, ਇੰਟਰਸਟ ਵਧਣ ਦੇ ਕਾਰਨ ਇਹ ਮੈਨੂੰ ਹੁਣ 2399 ਰੁਪਏ ਇੱਕ ਮਿਨੀਮਮ ਜਿਹੀ ਪੈਨਸ਼ਨ ਮਿਲ ਰਹੀ ਹੈ, ਜੋ ਕਿ 2004 ਤੋਂ ਬਾਅਦ ਭਰਤੀ ਹੋਣ ਵਾਲੇ ਸਾਰੇ EMPLOYEES ਦੇ ਨਾਲ ਇੱਕ ਭੱਦਾ ਮਜ਼ਾਕ ਹੈ ਅਤੇ ਇਹ ਸਾਰੇ ਗਵਰਨਮੈਂਟ EMPLOYEES ਦੇ ਨਾਲ ਇਨਜਸਟਿਸ ਹੈ। ਸ਼ਿਵ ਕੁਮਾਰ ਸਰ ਜੀ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੇ ਪਰਿਵਾਰ 'ਚ ਕਿੰਨੇ ਮੈਂਬਰ ਹਨ? ਕਿਆ ਉਹ ਸਾਰੇ ਡਿਪੈਂਡੈਂਟ ਹਨ, ਤੁਹਾਡੇ ਪੈਨਸ਼ਨ 'ਤੇ ਡਿਪੈਂਡ ਹਨ ਕਿ ਉਹਨਾਂ ਦੇ ਆਪਣੇ ਰੋਜ਼ਗਾਰ ਹਨ? ਕਿਆ ਇੰਨੀ ਥੋੜ੍ਹੀ ਪੈਨਸ਼ਨ ਨਾਲ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਸੀ ਜੀ? ਮੇਰੇ 3 ਬੱਚੇ हैं ਜੋ ਕਿ ਉਹ ਤਾਂ ਪ੍ਰੈਜੈਂਟਲੀ ਆਪਣੇ ਸੈਟਲ ਹਨ। ਪਰ ਮੈਂ 2016 ਦੇ ਵਿੱਚ ਜਦੋਂ ਰਿਟਾਇਰ ਹੋਇਆ ਸੀ ਤਾਂ ਮੈਂ ਆਪਣੇ ਛੋਟੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦਾ ਸੀ, ਲੇਕਿਨ ਮੈਨੂੰ ਡਿਲੇਡ ਪੇਮੈਂਟ ਹੋਣ ਦੇ ਕਾਰਨ ਔਰ ਇੱਕ ਮਿਨੀਮਮ ਜਿਹੀ ਪੇਮੈਂਟ ਮਿਲਣ ਦੇ ਕਾਰਨ ਮੈਂ ਉਹ ਆਪਣੇ ਬੱਚੇ ਨੂੰ ਬਾਹਰ ਨਹੀਂ ਭੇਜ ਸਕਿਆ, ਕਿਉਂਕਿ ਮੈਂ ਇਹ ਜਿਹੜੀ ਰਾਸ਼ੀ ਹੈ ਇੰਨੀ ਰਾਸ਼ੀ ਦਾ ਮੈਂ ਪ੍ਰਬੰਧ ਨਹੀਂ ਸੀ ਕਰ ਸਕਦਾ। ਹਾਂਜੀ ਦੋਸਤੋ, ਤੁਸੀਂ ਸੁਣਿਆ ਹੈ ਕਿ ਸ਼ਿਵ ਕੁਮਾਰ ਜੀ ਨੇ ਕਿਹਾ ਕਿ ਇੰਨੀ ਨਿਗੁਣੀ ਜਿਹੀ ਪੈਨਸ਼ਨ ਨਾਲ ਆਪਣੇ ਬੱਚੇ ਦਾ ਭਵਿੱਖ ਵੀ ਨਹੀਂ ਸੁਧਾਰ ਸਕੇ ਅਤੇ ਉਹਨਾਂ ਨੇ ਹੋਰ ਕੀ ਬਿਜ਼ਨਸ ਕਰ ਲੈਣਾ। ਇੰਨੀ ਜਦੋਂ ਉਹ 60 ਸਾਲ ਦੀ ਉਮਰ ਵਿੱਚ ਰਿਟਾਇਰ ਹੋਏ ਤਾਂ ਹੋਰ ਕੀ ਕਰ ਸਕਦੇ ਸੀ ਇੰਨੀ ਨਿਗੁਣੀ ਜਿਹੀ ਪੈਨਸ਼ਨ ਨਾਲ। ਅਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਆ ਹੁਣ ਤੁਸੀਂ ਸੋਚਦੇ ਹੋ ਕਿ ਸਰਕਾਰ ਜਿਹੜੀ ਹੈ ਉਹ ਇਸ ਸੰਬੰਧੀ ਕਿੱਦਾਂ ਧਿਆਨ ਦੇਵੇ ਕਿ ਜਿਹੜੇ 2004 ਤੋਂ ਬਾਅਦ ਸੇਵਾ ਵਿੱਚ ਆਏ ਕਰਮਚਾਰੀ ਹਨ ਉਹਨਾਂ ਲਈ ਕੀ ਫੈਸਲੇ ਕਰੇ? ਮੇਰਾ ਇਸ ਬਾਰੇ ਇਹ ਕਹਿਣਾ ਹੈ ਕਿ 2004 ਤੋਂ ਬਾਅਦ ਭਰਤੀ ਹੋਏ ਸਾਰੇ EMPLOYEES ਦੇ ਨਾਲ ਇਹ ਸਾਡੇ ਕੇਂਦਰ ਸਰਕਾਰ ਦੁਆਰਾ ਅਤੇ ਰਾਜਾਂ ਸਰਕਾਰ ਦੁਆਰਾ ਬਹੁਤ ਹੀ ਇੱਕ ਭੱਦਾ ਮਜ਼ਾਕ ਹੈ ਅਤੇ ਇਨਜਸਟਿਸ ਹੈ। ਪੈਨਸ਼ਨ 2004 ਤੋਂ ਬਾਅਦ ਭਰਤੀ ਹੋਏ EMPLOYEES ਨੂੰ ਇੱਕ ਛੋਟੀ ਜਿਹੀ ਰਕਮ ਦੀ ਪੈਨਸ਼ਨ, ਜੋ ਕਿ ਸਿਰਫ ਸਾਡੀ ਰਕਮ 'ਤੇ ਇੱਕ ਇੰਟਰਸਟ ਹੀ ਦਿੱਤਾ ਜਾਂਦਾ ਹੈ, ਉਹ ਮਿਲਦਾ ਹੈ। ਨਾ ਹੀ ਇਹਨਾਂ ਨੂੰ ਕੋਈ ਮੈਡੀਕਲ ਫੈਸਿਲਿਟੀ ਹੈ, ਨਾ ਹੀ ਕੋਈ LTC ਦਿੱਤਾ ਜਾਂਦਾ ਹੈ ਅਤੇ ਨਾ ਹੀ ਕੋਈ ਟਾਈਮ ਤੋਂ ਟਾਈਮ ਕੋਈ ਬੜੋਤਰੀ ਦੀ ਸੁਵਿਧਾ ਹੈ। ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਹਾਂ ਕਿ 2004 ਤੋਂ ਬਾਅਦ EMPLOYEES ਵਾਸਤੇ ਗ੍ਰੈਚੁਟੀ ਵੀ ਨਹੀਂ ਸੀ ਗੌਰਮੈਂਟ ਵੱਲੋਂ ਦਿੱਤੀ ਜਾਂਦੀ,
ਪਰ ਹੁਣ 2018 ਤੋਂ ਬਾਅਦ ਪੰਜਾਬ ਗੌਰਮੈਂਟ ਨੇ ਗ੍ਰੈਚੁਟੀ ਸ਼ੁਰੂ ਕੀਤੀ ਹੈ, ਜਿਸ ਦਾ ਕਿ ਥੋੜ੍ਹਾ ਜਿਹਾ EMPLOYEES ਨੂੰ ਬੈਨੀਫਿਟ ਮਿਲ ਸਕਦਾ ਹੈ। ਮੈਂ ਆਪਣੇ ਆਨਰੇਬਲ ਚੀਫ ਮਿਨਿਸਟਰ ਸ਼੍ਰੀ ਚੰਨੀ ਜੀ ਨੂੰ ਅਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ NPS ਦੇ ਵਿੱਚ ਭਰਤੀ ਹੋਏ EMPLOYEES ਦੇ ਵੱਲ ਧਿਆਨ ਦੇਣ, ਅਤੇ ਮੇਰੀ ਰਿਕੁਐਸਟ ਹੈ ਕਿ ਉਹਨਾਂ ਨੂੰ ਵੀ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਹੈ ਉਹ ਬਹਾਲ ਕੀਤੀ ਜਾਵੇ, ਤਾਂ ਕਿ ਉਹ ਵੀ ਆਪਣੀ ਇੱਕ ਡਿਗਨੀਫਾਈਡ ਲਾਈਫ ਬਤੀਤ ਕਰ ਸਕਣ। ਦੋਸਤੋ, ਤੁਸੀਂ ਦੇਖਿਆ ਕਿ ਸ਼ਿਵ ਕੁਮਾਰ ਜੀ ਨੇ ਕਿਹਾ ਕਿ ਉਹਨਾਂ ਕੋ ਇੰਨਾ ਵੀ ਪੈਸਾ ਨਹੀਂ ਹੁੰਦਾ ਕਿ ਉਹਨਾਂ ਆਪਣੇ ਬੱਚੇ ਦਾ ਜਿਹੜਾ ਉਹ ਫਿਊਚਰ ਸੁਧਾਰ ਸਕਣ। ਤੇ ਇੱਥੇ ਇਹ ਵੀ ਗੱਲ ਹੈ ਕਿ ਜਿਹੜੀ ਪੈਨਸ਼ਨ ਇੱਕ ਵਾਰ ਲੱਗ ਗਈ, ਮੰਨ ਲਓ ਮੈਨੂੰ 2000 ਰੁਪਏ ਪੈਨਸ਼ਨ ਲੱਗਦੀ ਹੈ, ਤਾਂ ਉਸ ਵਿੱਚ ਆਉਣ ਵਾਲੇ ਸਮੇਂ ਵਿੱਚ ਚਾਹੇ ਉਹ 10 ਸਾਲ 15 ਸਾਲ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ बढ़ोतरी नहीं होनी है। ये भी गल इत्थे देखण दी है कि एक जे 1500 रुपया पेंशन लगती है तो पूरी उम्र 1500 रुपया ही रहनी है। तो सर तुसीं होर कर्मचारियों नूं की अपील करना चाहोगे जिहड़े NPS अधीन काम करते हैं पर वो संघर्ष नहीं कर रहे, अपने फ्यूचर नूं अपने बुढ़ापे नूं लैकर चिंतित नहीं हैं, ਤੁਸੀਂ ਕੀ ਅਪੀਲ ਕਰੋਗੇ ਕਿ ਉਹ ਵੀ ਸੰਘਰਸ਼ ਦੇ ਮੈਦਾਨ ਵਿੱਚ ਆਉਣ? ਮੈਂ ਜਿੰਨੇ ਵੀ 2004 ਤੋਂ ਬਾਅਦ ਇਨਰੋਲ ਹੋਏ NPS EMPLOYEES ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਾਰੇ ਰਲ ਮਿਲ ਕੇ ਸੰਘਰਸ਼ ਦੇ ਨਾਲ ਜੁੜੋ, ਤਾਂ ਕਿ ਗੌਰਮੈਂਟ ਨੂੰ ਇਹ ਦੱਸਿਆ ਜਾ ਸਕੇ ਕਿ ਇਹ ਇੱਕ ਨਿਗੁਣੀ ਜੀ ਪੈਨਸ਼ਨ ਦੇ ਕੇ ਤੁਸੀਂ ਸਾਡੇ ਨਾਲ ਬਹੁਤ ਹੀ ਭੱਦਾ ਮਜ਼ਾਕ ਕਰ ਰਹੇ ਹੋ, ਜਦ ਕਿ ਅੱਜ ਸਾਡੇ MLAs ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਪਰ ਅਸੀਂ ਗੌਰਮੈਂਟ ਦੀ ਦਿਨ ਰਾਤ ਸੇਵਾ ਕਰਨ ਤੋਂ ਉਪਰੰਤ ਵੀ ਇਸ ਚੀਜ਼ ਤੋਂ ਵਾਂਝੇ ਹੋ ਰਹੇ ਹਾਂ, ਅਤੇ ਨਾਲ ਹੀ ਕੋਈ ਵੀ ਫੈਸਿਲਿਟੀ ਜਿਹੜੀ ਹੈ ਗੌਰਮੈਂਟ ਵੱਲੋਂ ਸਾਰੀ ਫੈਸਿਲਿਟੀਜ਼ ਇਹਨਾਂ EMPLOYEES ਨੂੰ ਬੰਦ ਕਰ ਦਿੱਤੀ ਗਈ ਹੈ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਲਗਭਗ 10 ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਜਿਹਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਹਨ, ਅਤੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ, ਤੇ ਸਰਕਾਰਾਂ ਦੇ ਨੱਕ ਤੇ ਦਮ ਵੀ ਕੀਤਾ ਹੋਇਆ ਹੈ। ਉਸੇ ਸੰਘਰਸ਼ ਦੀ ਬਦੌਲਤ ਹੈ ਕਿ ਸਾਡੀ ਜਿਹੜੀ ਕਮੇਟੀ ਹੈ ਉਸਨੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਕੀਤੀਆਂ ਹਨ, ਲੇਕਿਨ ਇਹ ਸੰਘਰਸ਼ ਜਿਹੜਾ ਹੈ ਉਦੋਂ ਤੱਕ ਨਹੀਂ ਸਮਾਪਤ ਹੋਵੇਗਾ ਜਦੋਂ ਤੱਕ ਇੱਕ ਪੁਰਾਣੀ ਪੈਨਸ਼ਨ ਜਿਹੜੀ ਕਿ ਲਾਸਟ ਪੇਡ ਸੈਲਰੀ ਦਾ ਅੱਧਾ ਹਿੱਸਾ ਹੁੰਦਾ ਹੈ ਉਹ ਪ੍ਰਾਪਤ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਲੜਾਈ ਜਿਹੜੀ ਉਹ ਜਾਰੀ ਰਹੇਗੀ। ਤੇ ਅਸੀਂ शिव कुमार जी नाल भी गल करते हैं कि वो संघर्ष नूं किवें देखते हैं। मैं इस संबंध दे विच दसना चाहता हाँ कि पुरानी पेंशन बहाली दे कन्वीनर श्री जसवीर सिंह तलवाड़ा जो कि बहुत ही योग व्यक्ति हैं अते वो इस संबंध दे विच संघर्ष कर रहे हैं, जिस दे उन्हां दे संघर्ष करन दे नाल ही सानू 2018 दे विच ग्रैचुटी की प्राप्ति हुई है। और मैनू ये उम्मीद है कि जे जिन्ने भी सारे NPS के EMPLOYEES है वो इस संघर्ष के नाल जुड़नगे तो असी पुरानी पेंशन बहाली दे लई जरूर जित प्राप्त करांगे। हाँ जी दोस्तों, तुसी सुनिया कि शिव कुमार जी ने पुरानी पेंशन बहाली लई कर्मचारियों को अपील भी की, संघर्ष का जोड़ा जे जसवीर सिंह तलवाड़ा ने पिछले लंबे समय तो शुरू किया है उसकी प्रशंसा करते हुए ये भी कहा कि प्राप्तियां जिहड़ियां है वो संघर्षां नाल ही प्राप्त हो सकदियां हन। ये भी देखने योग गल है कि शिव कुमार जी लगातार संघर्ष नाल जुड़े हुए हैं। 2016 विच रिटायर होने तो बाद भी वो जिद्दां भी स्टेट वालों किसी भी तरह का सद्दा दिता जाता है या कोई मीटिंग या कोई रैली या कोई होर माध्यम उलीकिया जाता है उस विच वध चढ़ के हिस्सा लेंदे हैं। ते मैं इन्हां दे थ्रू ही जिथे साडे NPS कर्मचारी NPS नौजवान कर्मचारी अते महिलावां वध मात्रा विच हन ते उन्हां लई की कहना चाहोगे, इन्हां दी गल असीं सुणदे हैं। मैं इस संबंध विच कहना चाहांगा कि सानू 2004 तो बाद बहुत ही मिनिमम पेंशन दी गई है।
ਮੇਰੀ ਟੋਟਲ ਪੈਨਸ਼ਨ ਇਸ ਵੇਲੇ 2399 ਬਣ ਰਹੀ ਹੈ। ਅੱਜ ਤੋਂ 10 ਸਾਲ ਹੋਰ ਕਰਨ ਤੋਂ ਬਾਅਦ ਟੋਟਲ 5 ਜਾਂ 6000 ਪੈਨਸ਼ਨ ਬਣੇਗੀ, ਜੋ ਕਿ ਸਾਡੇ NPS EMPLOYEES ਦੇ ਨਾਲ ਬਹੁਤ ਹੀ ਇੱਕ ਭੱਦਾ ਮਜ਼ਾਕ ਹੈ। ਇਸ ਲਈ ਮੇਰੀ ਸਾਰੇ NPS ਦੇ ਕਰਮਚਾਰੀ ਅਤੇ ਸਪੈਸ਼ਲੀ ਲੇਡੀਜ਼ ਨੂੰ ਇਹ ਪ੍ਰਾਰਥਨਾ ਹੈ ਕਿ ਉਹ ਵੱਧ ਚੜ੍ਹ ਕੇ ਇਸ ਸੰਘਰਸ਼ ਕਮੇਟੀ ਦੇ ਨਾਲ ਸਹਿਯੋਗ ਦੇਣ, ਤਾਂ ਕਿ ਅਸੀਂ ਪੁਰਾਣੀ ਪੈਨਸ਼ਨ ਲੈ ਸਕੀਏ ਅਤੇ ਇੱਕ ਡਿਗਨੀਫਾਈਡ ਲਾਈਫ ਬਤੀਤ ਕਰ ਸਕਣ। ਥੈਂਕ ਯੂ। ਆਪਣੇ ਭਵਿੱਖ ਨੂੰ ਸੁਧਾਰਨ ਲਈ, ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਵਧੀਆ ਮਾਹੌਲ ਦੇਣ ਲਈ ਅਤੇ ਸੁਸਾਇਟੀ ਵਿੱਚ ਇੱਕ ਵਧੀਆ ਮੁਕਾਮ ਪ੍ਰਾਪਤ ਕਰਨ ਲਈ, ਜਿੱਥੇ ਸਾਨੂੰ ਇੱਕ ਵਧੀਆ ਸੈਲਰੀ ਦੀ ਲੋੜ ਹੁੰਦੀ ਹੈ, ਉੱਥੇ ਹੀ ਪੈਨਸ਼ਨ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੀ ਹੈ। ਜਿੱਥੇ ਅਸੀਂ ਇੱਕ ਵਿਭਾਗ ਨੂੰ ਆਪਣਾ 30 ਤੋਂ 35 ਸਾਲ ਦਿੰਦੇ ਹਨ ਅਤੇ ਰਿਟਾਇਰਮੈਂਟ ਤੋਂ ਬਾਅਦ ਜੇ ਉਸ ਵਿਭਾਗ ਤੋਂ ਸਾਨੂੰ ਇੱਕ ਬੇਇੱਜ਼ਤੀ ਮਹਿਸੂਸ ਹੋਏ, ਇੱਕ ਪੈਨਸ਼ਨ ਲੈਂਦੇ ਹੋਏ, ਬਹੁਤ ਥੋੜੀ ਨਿਗੁਣੀ ਜੀ ਪੈਨਸ਼ਨ ਲੈਂਦੇ ਹੋਏ, ਤਾਂ ਇਸ ਤੋਂ ਬੜੀ ਤਰਾਸਦੀ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਅਤੇ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿਹੜਾ ਵੀ ਰਿਟਾਇਰ ਹੁੰਦਾ ਹੈ ਕਰਮਚਾਰੀ, ਉਸ ਨੂੰ ਇੱਕ ਇੱਜ਼ਤ ਦੀ ਜ਼ਿੰਦਗੀ ਜਿਉਣ ਲਈ ਵਧੀਆ ਪੈਨਸ਼ਨ ਦੀ ਲੋੜ ਹੈ, ਅਤੇ ਉਹਨੂੰ ਪੁਰਾਣੀ ਪੈਨਸ਼ਨ ਹੀ ਇਹ ਸਾਰੇ ਜਿਹੜੇ ਹੈ ਉਹਦੇ ਮਕਸਦ, ਉਹਦਾ ਭਵਿੱਖ, ਉਹਦਾ ਬੁਢਾਪਾ ਜਿਹੜਾ ਹੈ ਉਹ ਸੁਧਾਰ ਸਕਦੀ ਹੈ। NPS ਨੂੰ ਰੱਦ ਕਰ ਦੇਣਾ ਚਾਹੀਦਾ ਹੈ ਅਤੇ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਸਰਕਾਰਾਂ ਨੂੰ ਬਹਾਲ ਕਰ ਦੇਣੀ ਚਾਹੀਦੀ ਹੈ। ਇਹੀ ਸਾਡੀ ਅਪੀਲ ਹੈ ਸਰਕਾਰ ਨੂੰ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਰਾਜ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ, ਕਿ ਕਿਉਂਕਿ ਪੈਨਸ਼ਨ ਦਾ ਜਿਹੜਾ ਇਹ ਮੁੱਦਾ ਹੈ ਉਹ ਰਾਜ ਸਰਕਾਰ ਦੇ ਬਿਲਕੁਲ ਅਧੀਨ ਹੈ ਅਤੇ ਉਹ ਪੈਨਸ਼ਨ ਨੂੰ ਬਹਾਲ ਵੀ ਕਰ ਸਕਦੀ ਹੈ। ਮੈਂ ਇਸ ਸੰਬੰਧ ਦੇ ਵਿੱਚ ਇਹ ਕਹਾਂਗਾ ਕਿ ਅਜੇ ਵੀ ਕਈ ਸਾਡੀਆਂ ਰਾਜ ਸਰਕਾਰਾਂ, ਜਿਵੇਂ ਕਿ ਵੈਸਟ ਬੰਗਾਲ, ਉਹ ਆਪਣੇ ਕਰਮਚਾਰੀਆਂ ਨੂੰ ਪੂਰੀ ਪੈਨਸ਼ਨ ਦੇ ਰਹੇ ਹਨ। ਮੈਂ ਆਪਣੇ ਪਹਿਲੇ ਚੀਫ ਮਿਨਿਸਟਰ ਰਹੇ ਮਾਨਯੋਗ ਅਮਰਿੰਦਰ ਸਿੰਘ ਅਤੇ ਚੰਨੀ ਸਾਹਿਬ ਨੂੰ ਵੀ ਇਸ ਸੰਬੰਧ ਦੇ ਵਿੱਚ ਲਿਖ ਚੁੱਕਾ ਹਾਂ ਕਿ ਨਵੀਂ ਪੈਨਸ਼ਨ ਦੇ ਅਧੀਨ ਆਉਂਦੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇ ਵਿੱਚ ਲਿਆਇਆ ਜਾਵੇ, ਤਾਂ ਕਿ ਉਹ ਡਿਗਨੀਫਾਈਡ ਲਾਈਫ ਬਤੀਤ ਕਰ ਸਕਣ। ਕਿਉਂਕਿ ਇਹ ਮੁੱਦਾ ਰਾਜ ਸਰਕਾਰ ਦੇ ਅਧੀਨ ਵੀ ਆਉਂਦਾ ਹੈ, ਇਸ ਲਈ ਰਾਜ ਸਰਕਾਰ ਇਹ ਸੋਚ ਕੇ ਚੱਲੇ ਕਿ ਜਿਹੜਾ ਵੀ NPS 'ਚ ਪੈਸਾ ਬੜੇ ਬੜੇ ਘਰਾਣਿਆਂ ਨੂੰ ਜਾ ਰਿਹਾ ਹੈ, ਕਾਰਪੋਰੇਟ ਘਰਾਣਿਆਂ ਨੂੰ ਜਾ ਰਿਹਾ ਹੈ, ਉਹ ਸਰਕਾਰ ਕੋਲ ਰਹੇਗਾ ਅਤੇ ਉਹ ਪੈਸਾ ਉਹ ਡਿਵੈਲਪਮੈਂਟ ਦੇ ਕੰਮਾਂ ਵਿੱਚ ਲਗਾ ਸਕਣਗੇ। ਇਸ ਲਈ ਇਹ ਮੁੱਦਾ ਸਟੇਟ ਲੈਵਲ ਦਾ ਵੀ ਬਣ ਜਾਂਦਾ ਹੈ ਅਤੇ ਸਰਕਾਰ ਇਹ ਪੁਰਾਣੀ ਪੈਨਸ਼ਨ ਕਰਮਚਾਰੀਆਂ ਦੀ ਬਹਾਲ ਕਰਕੇ ਆਉਣ ਵਾਲੇ ਇਲੈਕਸ਼ਨਾਂ ਵਿੱਚ ਵੀ ਇਸ ਦਾ ਫਾਇਦਾ ਸਰਕਾਰ ਨੂੰ ਮਿਲ ਸਕਦਾ ਹੈ।